ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚਾਹ ਅਤੇ ਕਿਤਾਬ ਦੇ ਵਿੱਚ। ਅੱਜ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਨਾਨਕ ਸਿੰਘ ਦੀ ਲਿਖੀ ਹੋਈ ਕਹਾਣੀ ਉੱਚਾ ਨੱਕ। ਆਓ ਸੁਣਦੇ ਹਾਂ। ਠਹਿਰਾਂ ਝਾਟਾ ਆਪਣਾ, ਗਲ ਪਾਣੀ ਚੜਿਆ ਹੋਇਆ ਏ, ਬੂਹੇ ਤੇ ਹਾਥੀ ਪਏ ਝੂਲਦੇ ਨੇ, ਅਜੇ ਕਹਿੰਦੇ ਠਹਿਰ ਜਾ। ਮੈਂ ਆਨੀ ਆ ਖੌਰੇ ਤੁਹਾਨੂੰ ਖਾਧਾ ਪੀਤਾ ਕੀਕਣ ਲੱਗਦਾ ਏ। ਮੇਰੀ ਤੇ ਅੱਖ ਛੱਡ ਜਾਏ ਜੇ ਰਾਤੀ ਪਲਕਾਂ ਵੀ ਜੁੜਦੀਆਂ ਹੋਣ। ਪਰ ਭਲੀਏ ਲੋਕੇ ਹੁਣ ਡੁੱਬ ਤੇ ਨਹੀਂ ਨਾ ਮਰਨਾ, ਅਜੇ ਅਗਲਾ ਪੀਠਾ ਨਹੀਂ ਛਾਣਿਆ ਗਿਆ, ਵਰਾ ਨਹੀਂ ਹੋਇਆ ਵੱਡੀ ਵਿਆਹੀ ਨੂੰ। ਰਾਸ ਪੂੰਜੀ ਸਾਰੀ ਲਾ ਬੈਠੇ ਆ, ਕਰਜ਼ੇ ਨਾਲ ਸਿਰ ਵੀ ਗੰਜਾ ਹੋਇਆ ਪਿਆ ਆ। ਇਹ ਚਾਰ ਕੰਧਾਂ ਹੀ ਬਾਕੀ ਨੇ ਨਾ, ਜਿੱਦਣ ਵਿਕ ਸੜ ਜਾਣਗੀਆਂ ਠੰਡੀ ਹੋ ਬਹੇਂਗੀ। ਪਾਰਵਤੀ ਅੱਗ ਭਪੂਕਾ ਹੋ ਕੇ ਬੋਲੀ। ਤੇ ਜੰਮਦੀਆਂ ਨੂੰ ਮੋਹਰਾ ਦੇ ਦੇਣਾ ਸੀ ਨਾ, ਨਖਸਮੀਆਂ ਨੂੰ ਕਿਉਂ ਪਾਲ ਪਾਲ ਕੇ ਐਡੀਆਂ ਲੌਠੀਆਂ ਕੀਤੀਆਂ ਜੇ। ਪੱਗ ਵਿੱਚੋਂ ਸਿਰ ਖੁਰਕਦਾ ਹੋਇਆ ਦੀਵਾਨ ਸਿੰਘ ਬੋਲਿਆ, ਚੰਗਾ ਫਿਰ ਮੈਨੂੰ ਹੀ ਵੇਚ ਆ ਕਿਧਰੇ, ਤੂੰ ਤੇ ਘਰ ਬੈਠੀ ਮੂੰਹ ਜਾਏ ਨਾਲ ਗੱਲਾਂ ਮਟਕਾ ਛੱਡਣੀਆਂ। ਸਿਆਪੇ ਤਾਂ ਸਾਰੇ ਮੇਰੀ ਜਾਨ ਜੋਗੇ ਆ। ਜੇ ਤੂੰ ਪਾਣੀ ਵੇਖ ਕੇ ਠੇਲਦੀਓ ਤਾਂ ਇਹ ਪੁਆੜੇ ਕਾਹਨੂੰ ਪੈਂਦੇ। ਰੋਕਦਿਆਂ ਵੀ 3000 ਭੰਗ ਦੇ ਭਾੜੇ ਉਡਾ ਦਿੱਤਾ। ਜੇਰਾ ਤਾਂ ਸਿਆਣਪ ਨਾਲ ਚੱਲਦੀਓ ਤਾਂ ਇਸੇ ਨਾਲ ਵਿਆਹ ਨਾ ਹੋ ਜਾਂਦੇ। ਹਾਹੋ ਜੀ, 3 ਛੱਡ ਭਾਵੇਂ 30 ਹੋ ਜਾਂਦੇ। ਤੇ ਆ ਜਿਹੜਾ ਗਿੱਠ ਸਾਰਾ ਨੱਕ ਲਈ ਫਿਰਦੇ ਹੋ, ਇਹਨੂੰ ਕਿੱਥੇ ਲੁਕਾਉਂਦੇ। ਕੁੜਮਚਾਰੀਆਂ ਰੱਖਣੀਆਂ ਕੋਈ ਮਖੌਲ ਤੇ ਨਹੀਂ, ਸ਼ਰਮ ਤੇ ਨਹੀਂ ਆਉਂਦੀ ਗੱਲ ਕਰਦਿਆਂ। ਤੂੰ ਤੇ ਅੱਡੀਆਂ ਚੁੱਕ ਕੇ ਸ਼ਤੀਰਾਂ ਨੂੰ ਜੱਫੇ ਪਾ ਲਏ, ਪਰ ਕੁੜੀ ਦੀ ਉਮਰ ਤੇ ਗਲ ਗਈ ਨਾ। ਡੋਲੀਓਂ ਨਿਕਲਦਿਆਂ ਹੀ ਵਿਚਾਰੀ ਸਹੁਰੇ ਘਰ ਦੀ ਗੋਲ ਬਣ ਗਈ। ਕਹਿੰਦੀ ਹੁੰਦੀ ਸੈ ਮੇਰੀ ਧੀ ਰਾਜ ਕਰੇਗੀ, ਕਰਦੀ ਪਈ ਉਹ ਰਾਜ। ਹੱਥਾਂ ਦੀ ਮਹਿੰਦੀ ਅਜੇ ਲੱਥੀ ਨਹੀਂ ਤੇ ਛਾਲੇ ਅੱਗੋਂ ਹੀ ਪੈ ਗਏ ਸੂ। ਹਰ ਵੇਲੇ ਨਿਮਾਣੀ ਦੇ ਮੂੰਹ ਟੁੱਕਰ ਅਤੇ ਸਿਰ ਛਿੱਤਰ ਵਾਲਾ ਹਾਲ ਪਿਆ ਹੁੰਦਾ ਆ। 4 ਵੇਰਾਂ ਦਲੀਜਾਂ ਤੇ ਸਿਰ ਰਗੜ ਆਏ ਆ, ਟੋਰਨ ਦਾ ਨਾਂ ਨਹੀਂ ਲੈਂਦੇ। ਸੱਸ ਨਨਾਣ ਅੱਠੇ ਪੈਰ ਭੁੱਖੇ ਘਰ ਦੀ ਏ ਤੇ ਕਮੀਨੇ ਘਰ ਦੀ ਏ, ਆਖ ਕੇ ਗਰੀਬਣੀ ਦਾ ਕਲੇਜਾ ਲਾਉਂਦੀਆਂ ਰਹਿੰਦੀਆਂ। ਦੱਸ ਹੁਣ ਉਹ ਵਿਚਾਰੀ ਤੇਰੀ ਜਾਨ ਨੂੰ ਰੋਵੇ ਕਿ ਮੇਰੀ ਜਾਨ ਨੂੰ। ਸ਼ਰਮਿੰਦਗੀ ਭਰੇ ਹੱਥ ਨਾਲ ਪਾਰਵਤੀ ਨੇ ਕਿਹਾ, ਇਹ ਤਾਂ ਸੰਜੋਗਾਂ ਦੀ ਗੱਲ ਹੈ, ਕਿਸੇ ਦਾ ਵਸ ਥੋੜਾ ਏ। ਮਾਪੇ ਧੀਆਂ ਨੂੰ ਜਨਮ ਦਿੰਦੇ ਨੇ, ਕਰਮ ਨਹੀਂ ਦਿੰਦੇ। ਆਪਣੇ ਵੱਲੋਂ ਮੈਂ ਕਿਹੜੀ ਗੱਲੋਂ ਫਰਕ ਕੀਤਾ ਸੀ, ਇਹ ਤਾਂ ਉਸਦੀ ਆਪਣੀ ਪ੍ਰਾਲ ਪੁੱਤ। ਪਾਰਵਤੀ ਦੁਪੱਟੇ ਨਾਲ ਅੱਖਾਂ ਪੂੰਝਣ ਲੱਗ ਪਈ। ਦੀਵਾਨ ਸਿੰਘ ਬੋਲਿਆ, ਹੁਣ ਪ੍ਰਾਲ ਪੁੱਤ ਦਾ ਚੇਤਾ ਆ ਗਿਆ ਆ। ਕਹਿੰਦਾ ਨਹੀਂ ਸਾ ਪਈ ਸਾਨੀ ਸੇਤੀ ਕੀਜੀਏ ਨਾਤਾ ਵੈਰ ਪ੍ਰੀਤ। ਜਿਹਨਾਂ ਪਹਿਲੋਂ ਹੀ ਹਜ਼ਾਰਾਂ ਤੇ ਅੱਖ ਰੱਖ ਲਈ, ਉਹਨਾਂ ਕਦੇ ਨੂੰਹ ਧੀ ਨੂੰ ਸੁਖੀ ਵਸਣਾ ਦਿੱਤਾ। ਨਾ ਸਾਡੇ ਪਾਸੋਂ ਅਮੀਰਾਂ ਵਾਲੀ ਦਿੱਤ ਤਤਸਰੀ, ਤੇ ਨਾ ਉਹਨਾਂ ਸਾਡੀ ਧੀ ਦਾ ਆਦਰ ਕੀਤਾ। ਜਾ ਕੇ ਵੇਖੋ ਤੇ ਪਤਾ ਲੱਗੇ, ਭਾਂਡੇ ਮਾਂਜਣ ਵਾਲੀਆਂ ਨੌਕਰਾਣੀਆਂ ਜਿੰਨੀ ਵੀ ਪੁੱਛ ਨਹੀਂ ਕੁੜੀ ਦੀ। ਫਿਰ ਐਨੀ ਤੇਰੇ ਨਾਲ ਹੋ ਚੁੱਕੀ ਆ, ਅਜੇ ਵੀ ਤੈਨੂੰ ਅਮੀਰ ਕੁੜਮਾਂ ਦੇ ਸੁਪਨੇ ਆਉਣ ਡਏ ਆ। ਉਹ ਰੁੜ ਜਾਣੇ ਕਮਜਾਤ ਨਿਕਲੇ ਤੇ ਹੁਣ ਸਾਰੇ ਇਹੋ ਜਿਹੇ ਹੋ ਗਏ। ਪੰਜੇ ਉਂਗਲਾਂ ਇੱਕੋ ਜਿਹੀਆਂ ਤੇ ਨਹੀਂ ਹੁੰਦੀਆਂ, ਖਾਣ ਵੇਲੇ ਪੰਜੇ ਇੱਕੋ ਜਿਹੀਆਂ ਹੀ ਹੋ ਜਾਇਆ ਕਰਦੀਆਂ ਆ। ਚੰਗਾ ਮੈਨੂੰ ਕੀ, ਮੈਂ ਝੱਖ ਮਾਰ ਬੈਠੀ ਹਾਂ, ਹੁਣ ਤੁਸੀਂ ਲੱਭ ਲਓ। ਮੇਰੇ ਵੱਲੋਂ ਮਨੁੱਖ ਦੀ ਥਾਂ ਰੁੱਖ ਨਾਲ ਵਿਆਹ ਦਿਓ ਸੋ। ਅਖੀਰ ਸ਼ੀਲਾ ਲਈ ਪਾਰਵਤੀ ਨੇ ਮੁੰਡਾ ਲੱਭ ਕੇ ਹੀ ਸਾਹ ਲਿਆ। ਸ਼ਗਨ ਦਿੱਤਾ ਗਿਆ ਤੇ ਫਿਰ ਸ਼ੀਲਾ ਦਾ ਵਿਆਹ ਨੇੜੇ ਆ ਟੁੱਕਾ। ਉਸ ਨੂੰ 7ਵੀਂ ਜਮਾਤ ਵਿੱਚੋਂ ਹੀ ਉਠਾ ਲਿਆ। ਪਾਰਵਤੀ ਨੇ ਮੁੰਡਾ ਲੱਭਣ ਵਿੱਚ ਕਮਾਲ ਦੀ ਹਿੰਮਤ ਵਿਖਾਈ। ਮੁੰਡਾ ਇੱਕ ਹੋਰ ਥਾਂ ਮੰਗਿਆ ਹੋਇਆ ਸੀ, ਪਰ ਪਾਰਵਤੀ ਨੇ ਕੁੜਮਾਂ ਦੀਆਂ ਵੱਧ ਚੜ੍ਹ ਕੇ ਇੰਨਾ ਕਬੂਲ ਕੀਤੀਆਂ। ਮੁੰਡੇ ਦੀ ਪਹਿਲੀ ਕੁੜਮਾਈ ਛੁਡਾ ਕੇ ਉਸਨੇ ਉਸਦੀ ਸ਼ੀਲਾ ਨਾਲ ਮੰਗਣੀ ਕਰ ਦਿੱਤੀ। ਉਹ ਜਦ ਭਵਿੱਖ ਨੂੰ ਅੱਖਾਂ ਅੱਗੇ ਲਿਆ ਕੇ ਸ਼ੀਲਾ ਨੂੰ ਅਮੀਰ ਵੋਟੀ ਦੇ ਰੂਪ ਵਿੱਚ ਦੇਖਦੀ ਤਾਂ ਖੁਸ਼ੀ ਨਾਲ ਉਸਦਾ ਪੈਰ ਭੌਂ 'ਤੇ ਨਹੀਂ ਸੀ ਲੱਗਦਾ। ਇਹੋ ਜਿਹੇ ਸੁੱਖਾਂ ਲੱਦੇ ਜਵਾਈ ਨੂੰ ਉਹ ਕਿਸੇ ਵੀ ਮੁੱਲ 'ਤੇ ਛੱਡਣ ਲਈ ਤਿਆਰ ਨਹੀਂ ਸੀ। ਦੀਵਾਨ ਸਿੰਘ ਪਿਛਲੇ ਤਜਰਬੇ ਨੂੰ ਦੁਹਰਾਉਂਦਾ ਹੋਇਆ ਬਥੇਰਾ ਖਪਿਆ ਖਿਜਿਆ, ਪਰ ਪਾਰਵਤੀ ਦੀ ਇੱਕੋ ਗੱਲ ਉਸ ਦੀਆਂ ਸਾਰੀਆਂ ਦਲੀਲਾਂ ਨੂੰ ਕੱਟ ਜਾਂਦੀ ਸੀ। ਉਹ ਕਹਿੰਦੀ, ਅਮੀਰ ਜਵਾਈ ਨੂੰ ਘਰ ਹੀ ਰੱਖ ਲਾਂਗੇ, ਦਿਨਾਂ ਵਿੱਚ ਲਹਿਰ ਬਹਿਰ ਹੋ ਜਾਊਗੀ। ਇਹ ਦਲੀਲ ਦੀਵਾਨ ਸਿੰਘ ਨੂੰ ਕਿੰਨੀ ਕੁ ਜੱਚਦੀ ਸੀ ਇਸ ਦਾ ਤਾਂ ਪਤਾ ਨਹੀਂ, ਪਰ ਉਸ ਨੂੰ ਪਾਰਵਤੀ ਅੱਗੇ ਹਾਰਨਾ ਜ਼ਰੂਰ ਪਿਆ। ਸ਼ੀਲਾ ਦਾ ਵਿਆਹ ਧੂਮ ਧਾਮ ਨਾਲ ਹੋਇਆ। ਵਿਚਲੀ ਗੱਲ ਪਾਰਵਤੀ ਨੇ ਉਦੋਂ ਖੋਲ੍ਹੀ ਜਦ ਸ਼ੀਲਾ ਮਾਈਏ ਪੈ ਚੁੱਕੀ ਸੀ। ਇਸ ਨੂੰ ਸੁਣ ਕੇ ਦੀਵਾਨ ਸਿੰਘ ਦਾ ਰੰਗ ਬੱਗਾ ਪੂਣੀ ਹੋ ਗਿਆ, ਪਰ ਹੁਣ ਫਾਥੀ ਦਾ ਫੜਕਣ ਕੀ ਸੀ। ਛਾਤੀ 'ਤੇ ਪੱਥਰ ਰੱਖ ਕੇ ਦੀਵਾਨ ਸਿੰਘ ਨੇ ਇਸ ਗਲ ਪਏ ਢੋਲ ਨੂੰ ਵਜਾਇਆ। ਹੋਰ ਤਾਂ ਸਾਰਾ ਕੰਮ ਕਿਸੇ ਨਾ ਕਿਸੇ ਤਰ੍ਹਾਂ ਹੋ ਗਿਆ। ਦਾਜ ਬਣਾਉਣ ਵਿੱਚ ਵੀ ਕੋਈ ਬਹੁਤਾ ਉਚੇਚ ਕਰਨ ਦੀ ਲੋੜ ਨਹੀਂ ਪਈ, ਕਿਉਂਕਿ ਆਪਣੀ ਹੱਟੀ ਬਜਾਜੀ ਦੀ ਸੀ। ਪਰ ਵਿਦਾਇਗੀ ਵਾਲਾ ਕੰਮ ਬੜਾ ਔਖਾ ਜਾਪਦਾ ਸੀ। ਰਕਮ ਵੀ ਥੋੜ੍ਹੀ ਨਹੀਂ ਸੀ, ਪੂਰੇ 2000। ਇੱਧਰ ਘਰ ਵਿੱਚ ਵਿਆਹ ਦੀ ਗਹਿਮਾ ਗਹਿਮੀ ਸੀ ਤੇ ਉੱਧਰ ਦੀਵਾਨ ਸਿੰਘ ਵਸੀਕਾ ਦੀ ਹੱਟੀ ਬੈਠਾ ਰਹਿਣਨਾਮੇ ਦਾ ਕਾਗਜ਼ ਲਿਖ ਰਿਹਾ ਸੀ। ਵਿਆਹ ਹੋ ਗਿਆ। ਹਰ ਪਾਸੇ ਲੋਕੀ ਇਹੋ ਕਹਿੰਦੇ ਸੁਣਾਈ ਦਿੰਦੇ ਸਨ, ਬਈ ਬੱਲੇ ਬੱਲੇ ਬੱਲੇ, ਵਿਆਹ ਹੋਵੇ ਤਾਂ ਇਹੋ ਜਿਹਾ। ਪਾਰਵਤੀ ਜਿੱਧਰੋਂ ਲੰਘਦੀ ਗਲੀ ਮੁਹੱਲੇ ਦੀਆਂ ਤੀਵੀਆਂ ਹੱਥਲਾ ਕੰਮ ਛੱਡ ਕੇ ਉਸ ਕੋਲ ਆ ਖਲੋਂਦੀਆਂ ਤੇ ਉਸ ਦੀ ਵਡਿਆਈ ਦੇ ਪੁਲ ਬੰਨਣ ਲੱਗਦੀਆਂ।
ਪਾਰਵਤੀ ਨੂੰ ਇਸ ਵਿੱਚੋਂ ਕੋਈ ਅਨੋਖਾ ਹੀ ਸਵਾਦ ਆਉਂਦਾ ਸੀ। ਜਿੱਥੇ 2-4 ਤਰੀਮਤਾਂ ਦੀ ਢਾਣੀ ਹੋਵੇ, ਉਹ ਜਾਣ ਕੇ ਕਿਸੇ ਨਾ ਕਿਸੇ ਬਹਾਨੇ ਉਹਨਾਂ ਵਿੱਚ ਜਾ ਖਲੋਂਦੀ ਤੇ ਆਪਣੀਆਂ ਸਿਫਤਾਂ ਸੁਣ ਸੁਣ ਕੇ ਖੀਵੀ ਹੁੰਦੀ। ਵਿਆਹ ਤੋਂ ਵਿਹਲਿਆਂ ਹੋ ਕੇ ਦੀਵਾਨ ਸਿੰਘ ਨੇ ਹੱਟੀ ਦੀ ਸੁਰਤ ਲਈ। ਦੁਕਾਨ ਦਾ ਅੱਧਾ ਕੁਮਾਲ ਚੰਗਾ ਚੰਗਾ ਵਿਆਹ ਵਿੱਚ ਖਰਚ ਹੋ ਚੁੱਕਾ ਸੀ। ਉਸਨੇ ਖਾਨਿਆਂ ਵੱਲ ਤੱਕਿਆ ਤਾਂ ਉੱਥੇ ਚਾਨਣਾ ਹੀ ਚਾਨਣਾ ਸੀ। ਉਸਨੇ ਚੌਂ 50 ਖਾਨਿਆਂ ਦੇ ਥਾਣ ਕੱਢ ਕੇ ਇੱਕ ਵਿੱਚ ਭਰ ਛੱਡੇ ਤੇ ਸੱਖਣੇ ਅੱਗੇ ਕੱਪੜੇ ਤਾਣ ਦਿੱਤੇ। ਗਾਹਕ ਉਸ ਪਾਸੋਂ ਹੋਰ ਚੀਜ਼ ਮੰਗਦਾ ਸੀ ਤੇ ਉਹ ਹੋਰ ਵਿਖਾਉਂਦਾ ਸੀ। ਚਾਬੀ ਦਾ ਲੱਠਾ, ਮਲਮਲਾਂ, ਬੋਸਕੀਆਂ ਤੇ ਹੋਰ ਮੋਟੀਆਂ ਚੀਜ਼ਾਂ ਆਉਣ ਵਾਲੇ ਨੇ ਜਾਂ ਪੇਟੀਆਂ ਖੋਲ੍ਹਣ ਵਾਲੀਆਂ ਨੇ ਕਹਿ ਕੇ ਗਾਹਕਾਂ ਨੂੰ ਟਾਲ ਛੱਡਣਾ। ਇਹ ਠੱਗੀ ਬੱਗੀ ਕਿੰਨਾ ਕੁ ਚਿਰ ਚੱਲਦੀ? ਉਸ ਨੂੰ ਤਬਲੇ ਮੂਧੇ ਹੁੰਦੇ ਜਾਪੇ। ਸਾਰਾ ਦਿਨ ਬੈਠਣ 'ਤੇ ਵੀ ਕੋਈ ਵਿਕਰੀ ਨਹੀਂ ਸੀ ਹੁੰਦੀ। ਗਾਹਕ ਆਉਂਦੇ ਸਨ ਪਰ ਖਾਲੀ ਹੀ ਮੁੜ ਜਾਂਦੇ ਸਨ। ਇੱਕ ਦਿਨ ਰਾਤੀ ਸੁੱਤਿਆਂ ਉਹ ਜ਼ਬਾਨੀ ਜਮ੍ਹਾਂ ਖਰਚ ਗਿਣਨ ਲੱਗਾ। ਉਸਨੇ ਅਨੁਮਾਨ ਲਾਇਆ ਤਾਂ ਪਤਾ ਲੱਗਾ ਕਿ ਸਾਰਾ ਲਾ ਪਾ ਕੇ ਉਹ ਇਸ ਸਮੇਂ 5,000 ਦਾ ਕਰਜ਼ਾਈ ਹੈ। ਹੱਟੀ ਵਿੱਚ ਮਾਲ ਤਾਂ ਮਸੀਂ 500-600 ਦਾ ਹੀ ਉਸਨੂੰ ਦਿਸਿਆ। ਉਸ ਦਾ ਮੱਥਾ ਠਣਕਿਆ। 1 ਤਰੀਕ ਨੂੰ 500 ਦੀ ਹੁੰਡੀ ਭੁਗਤਾਣੀ ਹੈ। ਮਕਾਨ ਦਾ 6 ਮਹੀਨਿਆਂ ਦਾ ਵਿਆਜ, ਹੱਟੀ ਦਾ ਵਰ੍ਹੇ ਦਾ ਕਿਰਾਇਆ, ਬੈਂਕ ਵਾਲਿਆਂ ਦਾ ਨੋਟਿਸ ਤੇ ਹੋਰ ਕਈ ਅੱਜ ਭਲਕਦੇ ਇਕਰਾਰ ਵਾਲੀਆਂ ਰਕਮਾਂ। ਇਹਨਾਂ ਸਾਰੀਆਂ ਗੱਲਾਂ ਨੂੰ ਉਹ ਜਿਉਂ-ਜਿਉਂ ਦੁਹਰਾਉਂਦਾ ਸੀ, ਉਸ ਦੀ ਘਬਰਾਹਟ ਵੱਧਦੀ ਜਾਂਦੀ ਸੀ। ਦੀਵਾਨ ਸਿੰਘ ਦਾ ਕੰਮ ਹਿੱਲ ਗਿਆ। ਸਾਰੇ ਸ਼ਹਿਰ ਵਿੱਚ ਇਸ ਗੱਲ ਦੀ ਚਰਚਾ ਛਿੜ ਗਈ। ਧਾੜਾਂ ਦੀਆਂ ਧਾੜਾਂ ਲੈਣਦਾਰ ਉਸ ਦੀ ਹੱਟੀ ਅੱਗੇ ਧਰਨਾ ਮਾਰ ਕੇ ਆ ਬੈਠੇ, ਪਰ ਉਸ ਦੇ ਅੰਦਰ ਤਾਂ ਫੁੱਟੀ ਕੋਡੀ ਵੀ ਨਹੀਂ ਸੀ। ਨੌਬਤ ਦਿਵਾਲੇ ਤੱਕ ਆ ਪਹੁੰਚੀ, ਪਰ ਲੈਣਦਾਰ ਨੇ ਇਸ ਵਿੱਚ ਸੰਤੋਖ ਨਾ ਕੀਤਾ। ਉਹਨਾਂ ਨੇ ਅਦਾਲਤ ਨੂੰ ਦੀਵਾਨ ਸਿੰਘ ਦੀ ਬਦਨੀਤੀ ਦਾ ਸਬੂਤ ਦਿਖਾਇਆ। ਅੰਤ ਖਰਚਾ ਰੱਖ ਕੇ ਉਸ ਨੂੰ ਅੰਦਰ ਕਰਾ ਦਿੱਤਾ ਗਿਆ। ਪਾਰਵਤੀ ਢਿੱਡ ਵਿੱਚ ਮੁੱਕੀਆਂ ਮਾਰਦੀ ਫਿਰਦੀ ਸੀ। ਉਹਨੇ ਸ਼ੀਲਾ ਦੇ ਸਹੁਰਿਆਂ ਤੋਂ ਕੁਝ ਰੁਪਏ ਮੰਗ ਭੇਜੇ। ਉਹਨਾਂ ਦਾ ਉੱਤਰ ਆਇਆ, ਰੁਪਈਏ ਤਾਂ ਇਸ ਵੇਲੇ ਤਿਆਰ ਨਹੀਂ, ਕਣਕ ਬਥੇਰੀ ਪਈ ਆ। ਜੇ ਬਹੁਤ ਲੋੜ ਹੈ ਤਾਂ ਲਿਖੋ, ਜੋ ਵੇਚ ਕੇ ਰੁਪਈਏ ਭੇਜੇ ਜਾ ਸਕਣ। ਇੱਧਰੋਂ ਉੱਤਰ ਗਿਆ, ਜਿਸ ਤਰ੍ਹਾਂ ਵੀ ਹੋ ਸਕੇ ਮਦਦ ਕਰੋ। ਉਹਨਾਂ ਗਲੋਂ ਲਾਉਣ ਲਈ ਠੁੱਲ ਮਾਰਿਆ ਸੀ, ਪਰ ਇਹ ਵੇਖ ਕੇ ਕਿ ਇੱਥੇ ਤਾਂ ਡੂਮਾਂ ਨੂੰ ਸਲਾਹ ਮਾਰਨ ਵਾਲੀ ਗੱਲ ਹੈ, ਉਹ ਕੰਨਾਂ ਘੇਸਲ ਮਾਰ ਗਏ। ਜਿੱਥੇ ਜਿੱਥੇ ਸਾਂਝ ਵਰਤੋਂ ਸੀ, ਪਾਰਵਤੀ ਸਾਰਿਆਂ ਕੋਲ ਫਿਰੀ, ਹਾੜੇ ਕੱਢੇ, ਨੱਕ ਰਗੜੇ, ਪਰ ਇਹਨਾਂ ਤਿਲਾਂ ਵਿੱਚ ਤੇਲ ਕਿੱਥੇ ਸੀ। ਕਈਆਂ ਪਾਸੋਂ ਤਾਂ ਮੂੰਹ ਪਾੜਵਾਂ ਉੱਤਰ ਮਿਲਦਾ, ਬੀਬੀ ਰਾਣੀ ਚੱਦਰ ਵੇਖ ਕੇ ਪੈਰ ਪਸਾਰਨੇ ਸਨ। ਔਖੇ ਵੇਲੇ ਕੌਣ ਕਿਸੇ ਦਾ ਬਣਦਾ ਹੈ। ਹੁਣ ਜਿਹੜੀ ਰੱਬ ਵੱਲੋਂ ਆਈਓ ਆ, ਉਹ ਸਿਰ ਮੱਥੇ 'ਤੇ ਸਹਾਰ। ਇਸ ਤਰ੍ਹਾਂ ਘਰ ਘਰ ਫਿਰਿਆਂ ਤੇ ਰੋਇਆਂ ਧੋਇਆਂ ਕੀ ਬਣਦਾ ਆ। ਇਹ ਗੱਲਾਂ ਪਾਰਵਤੀ ਉਹਨਾਂ ਲੋਕਾਂ ਦੇ ਮੂੰਹੋਂ ਹੀ ਸੁਣ ਰਹੀ ਸੀ ਜਿਹੜੇ ਅਜੇ ਕੱਲ੍ਹ ਹੀ ਸ਼ੀਲਾ ਦੇ ਵਿਆਹ ਵੇਲੇ ਦੂਰੀਆਂ ਤੇ ਚੋਰੀਆਂ ਭਾਜੀਆਂ ਲੈਂਦਿਆਂ ਹੋਇਆਂ ਉਸ ਦੀਆਂ ਵਾਰਾਂ ਗਾਉਂਦੇ ਨਹੀਂ ਸੀ ਥੱਕਦੇ। ਸੰਧਿਆਂ ਦਾ ਹਨੇਰਾ ਵੱਧ ਰਿਹਾ ਸੀ। ਪਾਰਵਤੀ ਸਭਨਾਂ ਪਾਸਿਆਂ ਤੋਂ ਨਿਰਾਸ਼ ਹੋ ਕੇ ਘਰ ਆ ਡੱਠੀ। ਸ਼ੀਲਾ ਵੀ ਰੋ ਰਹੀ ਸੀ। ਅੱਜ ਦੀਵਾ ਬਾਲਣ ਦਾ ਕਿਸੇ ਨੂੰ ਚੇਤਾ ਨਹੀਂ ਸੀ। ਅੱਗੇ ਤਾਂ ਆਂਢੋ ਗੁਆਂਢੋਂ ਹੀ 2-4 ਤੀਵੀਆਂ ਆ ਕੇ ਜ਼ਬਾਨੀ ਹਮਦਰਦੀ ਕਰ ਜਾਂਦੀਆਂ ਸਨ, ਪਰ ਹੁਣ ਇਸ ਰਾਹੋਂ ਜੇ ਕਿਸੇ ਲੰਘਣਾ ਵੀ ਹੁੰਦਾ ਤਾਂ ਵਲਾ ਮਾਰ ਕੇ ਦੂਜੇ ਰਾਹੋਂ ਲੰਘ ਜਾਂਦੀਆਂ ਸਨ। ਹਰ ਕਿਸੇ ਨੂੰ ਡਰ ਸੀ ਕੁਝ ਮੰਗ ਨਾ ਬਏ। ਅਚਾਨਕ ਹੀ ਘੁੱਪ ਹਨੇਰੇ ਵਿੱਚੋਂ ਪੈਰੀ ਪੈ ਦੀ ਆਵਾਜ਼ ਗੂੰਜ ਉੱਠੀ। ਸ਼ੀਲਾ ਛੇਤੀ ਨਾਲ ਉੱਠ ਕੇ ਅੰਦਰ ਚਲੀ ਗਈ। ਜਾ ਕੇ ਉਸਨੇ ਲੈਂਪ ਜਗਾਈ। ਜੁਆਈ ਦੀ ਪਿੱਠ 'ਤੇ ਪਿਆਰ ਦਿੰਦੀ ਹੋਈ ਪਾਰਵਤੀ ਬੋਲੀ, ਜਿਉਂਦਾ ਰਹਿ, ਵੱਡੀਆਂ ਉਮਰਾਂ। ਉਸਦੇ ਢਹਿੰਦੇ ਦਿਲ ਨੂੰ ਢਾਰਸ ਜਿਹੀ ਮਿਲ ਗਈ। ਅਜਿਹੇ ਔਖੇ ਵੇਲੇ ਜਦ ਹਰ ਕੋਈ ਉਸਦੇ ਪਰਛਾਵੇਂ ਤੋਂ ਡਰਦਾ ਸੀ, ਜੁਆਈ ਦਾ ਆ ਜਾਣਾ ਪਾਰਵਤੀ ਲਈ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਕੋਈ ਡੁੱਬ ਰਹੇ ਆਦਮੀ ਦਾ ਹੱਥ ਫੜ ਲਵੇ। ਉਹਦੀ ਚਿੰਤਾ ਦੂਰ ਹੋ ਗਈ। ਸੁੱਖ ਸਾਂਦ ਪੁੱਛਣ ਤੋਂ ਪਿੱਛੋਂ ਉਹ ਬੋਲੀ, ਮੈਂ ਤੇ ਕਈਆਂ ਦਿਨਾਂ ਤੋਂ ਰਾਹ ਪਈ ਵੇਖਦੀ ਸਾਂ। ਇਹੋ ਖਿਆਲ ਸੀ ਕਿ ਹੁਣ ਵੀ ਆਇਆ। ਖਤ ਦਾ ਜਵਾਬ ਕੋਈ ਨਾ ਦਿੱਤਾ। ਮੈਂ ਆਖਾਂ ਸੁੱਖ ਸਾਂਦ ਹੋਵੇ ਸਹੀ। ਸ਼ਾਮ ਸਿੰਘ ਬੋਲਿਆ, ਮੈਂ ਤਾਂ ਕਿੰਨੇ ਚਿਰ ਤੋਂ ਆਉਣ ਕਰਦਾ ਸਾਂ, ਪਰ ਕੰਮ ਧੰਦੇ ਦੀ ਵਜ੍ਹਾ ਕਰਕੇ ਵਕਤ ਨਾ ਮਿਲ ਸਕਿਆ। ਗੱਲ ਕੀ ਸੀ ਭਾਈਏ ਹੋਰਾਂ? ਗੱਲ ਕੀ ਹੋਣੀ ਸੀ ਕਾਕਾ ਜੀ, ਕਰਮਾਂ ਨੇ ਜੋ ਹਾਰ ਦੇ ਦਿੱਤੀ। ਅੱਜ ਚੌਥਾ ਦਿਨ ਏ, ਨਾ ਚੁੱਲ੍ਹੇ ਅੱਗ ਨਾ ਘੜੇ ਪਾਣੀ। ਦਿਨ ਰਾਤ ਰੋਂਦਿਆਂ ਕੁਰਲਾਉਂਦਿਆਂ ਬੀਤ ਜਾਂਦਾ ਏ। ਕੁੜੀ ਵਿਚਾਰੀ ਨੇ ਜਿਸ ਵੇਲੇ ਦਾ ਸੁਣਿਆ ਏ, ਰੋ ਰੋ ਕੇ ਦੀਦੇ ਗਾਲ ਲਏ ਆ। ਕੀ ਦੱਸਾਂ ਆਪਣੇ ਕਰਮ ਜੋ ਮਾੜੇ ਹੋਏ। ਪਰ ਗੱਲ ਕੀ ਸੀ? ਗੱਲ ਹੁਣ ਸੁਣਾਏਗਾ ਹੀ ਨਾ, ਆਇਆ ਜੂਏ। ਹੁਣ ਤੇ ਕਾਕਾ ਤੁਹਾਡਾ ਤੇ ਰੱਬ ਦਾ ਹੀ ਆਸਰਾ ਏ। ਇਸੇ ਲਈ ਧੀਆਂ ਦੇ ਕੇ ਪੁੱਤ ਸਹੇੜੀ ਦੇ ਨੇ। ਸ਼ਾਬਾਸ਼ੇ ਫਿਰ ਵੀ ਤੁਹਾਨੂੰ, ਸੁਣਦਿਆਂ ਸਾਰ ਨੱਸਿਆਂ ਆਇਆ ਏ।
ਇਸੇ ਕਰਕੇ ਆਂਦੇ ਨੇ ਨਾ ਭਈ ਆਪਣਾ ਕੋਈ ਹੋਵੇ ਸਹੀ। ਸਾਨੂੰ ਤਾਂ ਕਾਕਾ ਉਧਾਰਾਂ ਨੇ ਡੋਬ ਦਿੱਤਾ ਏ। ਹਜ਼ਾਰਾਂ ਰੁਪਈਏ ਲੋਕਾਂ ਤੋਂ ਲੈਣੇ ਸੀ, ਕੋਈ ਦੇਣ ਦਾ ਨਾਂ ਨਹੀਂ ਲੈਂਦਾ, ਤੇ ਜਿਨ੍ਹਾਂ ਦੇ ਦੇਣੇ ਨੇ ਉਹ ਤਲਵਾਰਾਂ ਕੱਸੀ ਫਿਰਦੇ ਨੇ। ਮੈਂ ਆਨੀ ਆ ਤੇਰਾ ਭਾਈਆ ਕਿਸੇ ਤਰ੍ਹਾਂ ਇੱਕ ਵਾਰੀ ਬਾਹਰ ਆ ਜਾਂਦਾ। ਠੀਕ ਏ, ਪਰ ਰੁਪਈਆ ਦਿੱਤੇ ਬਗੈਰ ਤਾਂ ਬਾਹਰ ਆਉਣਾ ਮੁਸ਼ਕਿਲ ਏ। ਫਿਰ ਦੱਸ ਹੁਣ ਕੀ ਬਣੇ? ਕੋਈ ਫਿਕਰ ਨਹੀਂ, ਕਿੰਨੇ ਕੁ ਨਾਲ ਕੰਮ ਹੋ ਜਾਏਗਾ। ਪਾਰਵਤੀ ਦੀ ਛਾਤੀ ਦਾ ਬੋਝ ਹੌਲਾ ਹੋ ਗਿਆ। ਉਹਨੇ ਸੁਖਾਲਾ ਸਾਹ ਲਿਆ, ਫਿਰ ਬੋਲੀ, 3000 ਨਾਲ ਕੰਮ ਸਰ ਜਾਏਗਾ। ਫਿਰ ਕੋਈ ਗੱਲ ਨਹੀਂ, ਕੁਝ ਰੁਪਈਆ ਮੈਂ ਲਿਆਇਆ ਆ, ਬਾਕੀ ਸ਼ੀਲਾ ਦੇ ਗਹਿਣੇ ਵੇਚ ਕੇ ਪੂਰੇ ਕਰ ਲਵਾਂਗੇ। ਤੁਹਾਡੇ ਗਹਿਣੇ? ਹਾਂ ਕੋਈ ਗੱਲ ਨਹੀਂ, ਇਸ ਗੱਲ ਦਾ ਫਿਕਰ ਨਾ ਕਰੋ, ਫਿਰ ਬਣ ਜਾਏਗਾ। ਖੁਸ਼ੀ, ਸ਼ਰਮ ਅਤੇ ਜੁਆਈ ਦੇ ਅਹਿਸਾਨ ਦੇ ਬੋਝ ਨਾਲ ਪਾਰਵਤੀ ਦਾ ਸਿਰ ਨਿਵ ਗਿਆ। ਦੂਜੇ ਦਿਨ ਸ਼ੀਲਾ ਦਾ ਸਾਰਾ ਗਹਿਣਾ ਲੈ ਕੇ ਸ਼ਾਮ ਸਿੰਘ ਬਾਜ਼ਾਰ ਚਲਾ ਗਿਆ। ਉਹ ਰੋਟੀ ਵੇਲੇ ਤੱਕ ਨਾ ਮੁੜਿਆ। ਪਾਰਵਤੀ ਨੇ ਖਿਆਲ ਕੀਤਾ ਸ਼ਾਇਦ ਉੱਧਰੋਂ ਹੀ ਕਚਹਿਰੀ ਚਲਾ ਗਿਆ ਹੋਵੇਗਾ। ਉਸਦਾ ਵਾਲ-ਵਾਲ ਜੁਆਈ ਨੂੰ ਅਸੀਸਾਂ ਦੇ ਰਿਹਾ ਸੀ। ਰਾਤ ਪੈ ਗਈ। ਪਾਰਵਤੀ ਇਸ ਉਡੀਕ ਵਿੱਚ ਸੀ ਕਿ ਹੁਣੇ ਸਹੁਰਾ ਜੁਆਈ ਆਏ, ਪਰ ਦੋਹਾਂ ਵਿੱਚੋਂ ਕੋਈ ਵੀ ਨਾ ਆਇਆ। ਪਾਰਵਤੀ ਦੇ ਦਿਲ ਨੂੰ ਹੌਲ ਪੈਣ ਲੱਗਾ। ਅੰਤ ਉਸਦਾ ਦਿਲ ਬੋਲ ਉੱਠਿਆ। ਸ਼ਾਮ ਸਿੰਘ ਉਸ ਦੀ ਸਹਾਇਤਾ ਕਰਨ ਨਹੀਂ, ਗਹਿਣੇ ਲੈਣ ਆਇਆ ਸੀ। ਸਾਰੇ ਸ਼ਹਿਰ ਵਿੱਚ ਰੌਲਾ ਮਚ ਗਿਆ। ਲੋਕੀ ਵਾਹੋਂ ਤਾਹੀਂ ਸ਼ਹਿਰੋਂ ਬਾਹਰ ਨੱਸੇ ਜਾ ਰਹੇ ਸਨ। ਰੇਲ ਦੀ ਪਟੜੀ ਉੱਤੇ ਇੱਕ ਲੋਥ ਦੇ ਦੁਆਲੇ ਚੌਖੀ ਭੀੜ ਇਕੱਠੀ ਹੋਈ ਸੀ। ਇੱਕ ਬੁੱਢੀ ਅਤੇ ਇੱਕ ਮੁਟਿਆਰ ਉੱਤੇ ਡਿੱਗ ਕੇ ਪਿੱਟਦੀਆਂ ਹੋਈਆਂ ਸਿਰ ਦੇ ਵਾਲ ਖੋਹ ਰਹੀਆਂ ਸਨ। ਪੁਲਸੀਆਂ ਤੋਂ ਛੁੱਟ ਕਿਸੇ ਵੀ ਵੇਖਣ ਵਾਲੇ ਦੀਆਂ ਅੱਖਾਂ ਸੁੱਕੀਆਂ ਨਹੀਂ ਸੀ। ਪੁਲਿਸ ਲੋਥ ਦੀ ਪੜਚੋਲ ਕਰ ਰਹੀ ਸੀ। ਲੋਥ ਦੇ ਖੀਸੇ ਵਿੱਚੋਂ ਇੱਕ ਕਾਗਜ਼ ਦਾ ਪੁਰਜਾ ਨਿਕਲਿਆ, ਜਿਸ ਦਾ ਮਜ਼ਮੂਨ ਇਹ ਸੀ, ਬਦਨਸੀਬ ਪਾਰਵਤੀ, ਤੇਰੇ ਇਸ ਉੱਚੇ ਨੱਕ ਨੂੰ ਬਚਾਉਂਦਾ ਬਚਾਉਂਦਾ ਮੈਂ ਸਭ ਕੁਝ ਗੁਆ ਬੈਠਾ। ਸਰੀਰ ਬਾਕੀ ਸੀ, ਪਰ ਇਹ ਵੀ ਨਹੀਂ ਰੱਖ ਸਕਿਆ। ਮੌਤ ਤੋਂ ਬਿਨਾਂ ਇਸ ਨੂੰ ਝੱਲਣ ਲਈ ਹੁਣ ਕੋਈ ਥਾਂ ਨਹੀਂ। ਦੀਵਾਨ ਸਿੰਘ।